ਹਾਲਾਤ ਪੰਜਾਬ ਦੇ ਜਿਹੜੇ ਬਹੁਤ ਖਰਾਬ ਹੋ ਚੁੱਕੇ ਆ ਔਰ ਮੌਜੂਦਾ ਹਾਲਾਤ ਦੇ ਉੱਤੇ ਮੈਂ ਇਹ ਗੱਲ ਜ਼ਰੂਰ ਕਹਾਂਗਾ ਕਿ ਕੁਝ ਹਾਲਾਤਾਂ ਦੇ ਵਿੱਚ ਕੁਝ ਨੌਜਵਾਨਾਂ ਦੀ ਬਹੁਤ ਜ਼ਿਆਦਾ ਫੋੜੋ ਫੜਾਈ ਹੋ ਰਹੀ ਆ ਜਿਹੜੀ ਕਿ ਨਹੀਂ ਹੋਣੀ ਚਾਹੀਦੀ। ਤੋ ਮੈਂ ਸਮਝਦਾ ਹਾਂ ਕਿ ਇਹਨਾਂ ਨੂੰ ਆਪਣੇ ਜਿਹੜਾ ਨਾ ਗ੍ਰਿਫਤਾਰ ਕਰਨ ਦਾ ਢੰਗ ਤਰੀਕਾ ਉਹਨਾਂ ਦੀ ਪਲੈਨਿੰਗ ਜਿਹੜੀ ਹੈਗੀ ਬਿਲਕੁਲ ਸਟੀਕ ਨਹੀਂ ਸੀ। ਸਟੀਕ ਪਲੈਨਿੰਗ ਦੀ ਬਹੁਤ ਜ਼ਰੂਰੀ ਆ ਕਿ ਉਹਨਾਂ ਨੇ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ ਦੇ ਮਾਡਲ ਨੂੰ ਫੋਲੋ ਕਰਨ ਦੀ ਕੋਸ਼ਿਸ਼ ਕੀਤੀ ਹੈ। ਜਦੋਂ ਦਾ ਅੰਮ੍ਰਿਤਪਾਲ ਸਿੰਘ ਨੇ ਦੁਬਈ ਤੋਂ ਪੰਜਾਬ ਦਾ ਰੁਖ ਕੀਤਾ ਉਹ ਲਗਾਤਾਰ ਸੁਰਖੀਆਂ ਦੇ ਵਿੱਚ ਰਿਹਾ, ਪਰ ਹੁਣ ਇਸ ਵੇਲੇ ਜੋ ਪੰਜਾਬ ਦੇ ਮੌਜੂਦਾ ਹਾਲਾਤ ਨੇ, ਜਿਸ ਦੌਰਾਨ ਇੱਕ ਪਾਸੇ ਅੰਮ੍ਰਿਤਪਾਲ ਸਿੰਘ ਦੀ ਲਗਾਤਾਰ ਤਲਾਸ਼ ਕੀਤੀ ਜਾ ਰਹੀ ਹੈ, ਦੂਜੇ ਪਾਸੇ ਜਗ੍ਹਾ ਜਗ੍ਹਾ ਛਾਪੇਮਾਰੀ, ਆਪੋਜੀਸ਼ਨ ਜਿਹੜੀ ਕਿ ਪਹਿਲਾਂ ਰੌਲਾ ਪਾ ਰਹੀ ਸੀ ਕਿ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਪੰਜਾਬ ਸਰਕਾਰ ਵੱਲੋਂ, ਹੁਣ ਜੇ ਕਾਰਵਾਈ ਕੀਤੀ ਗਈ ਹੈ ਤਾਂ ਉਸ ਕਾਰਵਾਈ 'ਤੇ ਉਂਗਲੀਆਂ ਉੱਠ ਰਹੀਆਂ ਨੇ। ਤਾਂ ਇਸ ਬਾਰੇ ਕਿਉਂਕਿ ਵਿੱਚ ਸੈਂਟਰ ਦਾ ਵੀ ਨਾਂ ਆ ਰਿਹਾ ਹੈ ਕਿ ਸੈਂਟਰ ਵੱਲੋਂ ਇਹ ਮਿਲ ਕੇ ਕੰਮ ਪੂਰੀ ਆ ਕਾਰਵਾਈ ਕੀਤੀ ਜਾ ਰਹੀ ਹੈ, ਉਸ ਬਾਰੇ ਪੰਜਾਬ ਦੇ ਨਾਲ, ਪੰਜਾਬ ਦੀ ਮਿੱਟੀ ਦੇ ਨਾਲ ਜੁੜੇ ਹੋਏ ਇੱਕ ਸ਼ਖਸ ਨਾਲ ਅੱਜ ਤੁਹਾਨੂੰ ਮਿਲਾਉਂਦੇ ਹਾਂ, ਉਹਨਾਂ ਦੇ ਵਿਚਾਰ ਜਾਣਦੇ ਹਾਂ। ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ, ਸਤਚਾਨ ਸਿੰਘ ਮੇਰੇ ਨਾਲ ਨੇ ਇਸ ਵੇਲੇ, ਜਿਹੜੇ ਕਿ ਕੌਮੀ ਘੱਟ ਗਿਣਤੀ ਕਮਿਸ਼ਨ ਦੇ ਸਲਾਹਕਾਰ ਨੇ, ਔਰ ਸਤਚਾਨ ਸਿੰਘ ਜਿਹੜੇ ਕਿ ਕਿਸੇ ਟਾਈਮ 'ਤੇ ਮੂਵਮੈਂਟ ਨਾਲ ਵੀ ਜੁੜੇ ਸੀਗੇ। ਉਹਨਾਂ ਕਿਉਂਕਿ ਇਹਨਾਂ ਤੋਂ ਵਧੀਆ ਮੈਨੂੰ ਲੱਗਾ ਨਹੀਂ ਕਿ ਇਹਨਾਂ ਮੌਜੂਦਾ ਹਾਲਾਤਾਂ 'ਤੇ ਜਾਂ ਇਸ ਦੀ ਸਾਈਕੀ ਬਾਰੇ ਸਮਝਣ ਲਈ ਕਿਸੇ ਹੋਰ ਨਾਲ ਗੱਲ ਕੀਤੀ ਜਾਏ। ਸਤਚਾਨ ਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਿੱਲ ਸਾਹਿਬ, ਸਤਚਾਨ ਜੀ, ਤੁਹਾਡਾ ਪਹਿਲਾ ਰਿਐਕਸ਼ਨ ਕੀ ਹੈ ਮੌਜੂਦਾ ਹਾਲਾਤਾਂ 'ਤੇ? ਤੁਸੀਂ ਕੀ ਕਹਿਣਾ ਚਾਹੋਗੇ? ਗਿੱਲ ਸਾਹਿਬ, ਹਾਲਾਤ ਪੰਜਾਬ ਦੇ ਜਿਹੜੇ ਬਹੁਤ ਖਰਾਬ ਹੋ ਚੁੱਕੇ ਆ ਔਰ ਇਸ ਹਾਲਾਤ ਨੂੰ ਸਹੀ ਕਰਨ ਦੀ ਜਿਹੜੀ ਜ਼ਿੰਮੇਵਾਰੀ ਹੈ ਰਾਜ ਸਰਕਾਰ ਦੀ ਹੈ, ਕਿਉਂਕਿ ਅਮਨ ਕਾਨੂੰਨ ਦਾ ਜਿਹੜੀ ਵਿਵਸਥਾ ਨੂੰ ਸਹੀ ਰੱਖਣਾ ਜਿਹੜਾ ਵਿਸ਼ਾ ਜਿਹੜਾ ਨਾ ਉਹ ਸਟੇਟ ਵਿਸ਼ਾ ਹੈ। ਬੇਸ਼ੱਕ ਸੈਂਟਰ ਗੌਰਮੈਂਟ ਨੇ ਪੰਜਾਬ ਗੌਰਮੈਂਟ ਦੀ ਡਿਮਾਂਡ ਦੇ ਉੱਤੇ ਕੁਝ ਫੋਰਸਾਂ ਭੇਜੀਆਂ ਜਾਂ ਉਹਨਾਂ ਦੀ ਹਰ ਤਰ੍ਹਾਂ ਦੀ ਜਿਹੋ ਜਿਹੀ ਸੰਭਵ ਹੋ ਸਕਿਆ ਮਦਦ ਕੀਤੀ ਆ, ਪਰ ਪੂਰੀ ਦੀ ਪੂਰੀ ਜ਼ਿੰਮੇਵਾਰੀ ਸਟੇਟ ਗੌਰਮੈਂਟ ਦੀ ਹੁੰਦੀ ਆ। ਉਹ ਸਟੇਟ ਗੌਰਮੈਂਟ ਨੂੰ ਹੀ ਚਾਹੀਦਾ ਹੈ ਕਿ ਇਹ ਜਿਹੜੇ ਹਾਲਾਤ ਨੂੰ ਕਿਵੇਂ ਸਾਜ਼ਗਾਰ ਬਣਾਉਣਾ। ਇਸ ਕਰਕੇ ਮੈਂ ਮਹਿਸੂਸ ਕਰਦਾ ਹਾਂ ਕਿ ਪਿਛਲੇ ਸਮੇਂ ਦੌਰਾਨ ਜਿਹੜੀ ਢਿੱਲ ਮੱਠ ਸਟੇਟ ਗੌਰਮੈਂਟ ਨੇ ਕੀਤੀ, ਆਉਣ ਵਾਲੇ ਸਮੇਂ ਦੇ ਵਿੱਚ ਉਹ ਢਿੱਲ ਮੱਠ ਨਹੀਂ ਵਰਤਣਗੇ। ਔਰ ਵੇਖੋ, ਜਿਵੇਂ ਪਿਛਲੇ ਸਮੇਂ ਦੌਰਾਨ ਜਿਵੇਂ ਅਜਨਾਲੇ ਦੇ ਵਿੱਚ ਇੰਸੀਡੈਂਟ ਹੋਇਆ, ਉਹਨੂੰ ਹਿੰਸਾ ਹੀ ਆਪਾਂ ਕਹਾਂਗੇ, ਉਸ ਹਿੰਸਾ ਦੌਰਾਨ ਵੀ ਕਾਫੀ ਕੁਝ ਢਿੱਲ ਮੱਠ ਜਿਹੜੀ ਵੇਖੀ ਗਈ, ਜਿਹਦੇ ਨਾਲ ਪੁਲਿਸ ਦਾ ਮਨੋਬਲ ਵੀ ਡਿੱਗਿਆ। ਉਹ ਸਰਕਾਰ ਨੂੰ ਚਾਹੀਦਾ ਸੀ, ਕੋਈ ਠੀਕ ਹੈ, ਬੇਸ਼ੱਕ ਉਹਨਾਂ ਨੇ ਕੁਝ ਹਾਲਾਤ ਦੇ ਵਿੱਚ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਔਰ ਗੁਰੂ ਸਾਹਿਬ ਦੀ ਜਿਹੜੀ ਬੇਅਦਬੀ ਹੋਣ ਤੋਂ ਉਹਨਾਂ ਨੇ ਬਚਾਅ ਕਰ ਲਿਆ। ਜੇ ਗੁਰੂ ਸਾਹਿਬ ਦੀ ਜਿਵੇਂ ਉਹਨਾਂ ਨੇ ਢਾਲ ਬਣਾ ਕੇ ਗੁਰੂ ਸਾਹਿਬ ਦੀ ਆੜ ਦੇ ਵਿੱਚ ਜਿਵੇਂ ਉਹਨਾਂ ਨੇ ਧਾਵਾ ਬੋਲਿਆ ਸੀ, ਬਹੁਤ ਗਲਤ ਸੀ। ਮੈਂ ਪਹਿਲਾਂ ਵੀ ਉਸ ਗੱਲ ਦਾ ਤੁਹਾਨੂੰ ਪਤਾ ਆਲੋਚਨਾ ਕੀਤੀ ਸੀ ਅਤੇ ਅੱਜ ਵੀ ਮੈਂ ਉਸ ਵਾਕਿਆ ਨੂੰ ਆਲੋਚਨਾ ਦਾ ਜਿਹੜਾ ਉਹ ਕਰਦਾ। ਅਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਸਾਡੇ ਪੰਥਕ ਜਥੇਬੰਦੀਆਂ ਦੀ ਜ਼ਿੰਮੇਵਾਰੀ ਹੈ ਨਾ, ਉਹ ਜ਼ਿੰਮੇਵਾਰ ਉਹਨਾਂ ਨੂੰ ਆਪਣੀ ਜ਼ਿੰਮੇਵਾਰੀ ਚੁੱਕਣੀ ਚਾਹੀਦੀ ਆ। ਜੇਕਰ ਅੰਮ੍ਰਿਤਪਾਲ ਨੇ ਕੁਝ ਉਸ ਵੇਲੇ ਧਾੜ ਬਣਾਉਣ ਦੀ ਕੋਸ਼ਿਸ਼ ਕੀਤੀ ਸੀ ਜਾਂ ਬਣਾਈ ਗਈ ਜਾਂ ਉਸ ਵਰਤਾਰੇ ਬਾਰੇ ਸਾਡੀਆਂ ਸਾਰੀਆਂ ਜਥੇਬੰਦੀਆਂ ਨੂੰ ਪਤਾ ਕਿ ਗਲਤ ਹੋਇਆ, ਪਰ ਕੁਝ ਸਾਡੀਆਂ ਪੰਥਕ ਜਿਹੜੀਆਂ ਭਾਵਨਾਵਾਂ ਨੂੰ ਮੁੱਖ ਰੱਖ ਕੇ ਬਹੁਤੇ ਲੋਕਾਂ ਨੇ ਬੋਲਣਾ ਜ਼ਰੂਰੀ ਨਹੀਂ ਸਮਝਿਆ। ਪਰ ਮੈਂ ਸਮਝਦਾ ਕਿ ਅਕਾਲ ਤਖ਼ਤ ਸਾਹਿਬ ਨੇ ਜਿਹੜੀ ਇੱਕ ਕਮੇਟੀ ਬਣਾਈ ਹੈ, ਉਸ ਕਮੇਟੀ ਦੀ ਅੱਜ ਤੱਕ ਰਿਪੋਰਟ ਜਿਹੜੀ ਹੈ ਉਹ ਬਾਹਰ ਵੀ ਨਹੀਂ ਆਈ ਔਰ ਜਥੇਦਾਰ ਅਕਾਲ ਤਖ਼ਤ ਸਾਹਿਬ ਦੀ ਵੀ ਜ਼ਿੰਮੇਵਾਰੀ ਬਣਦੀ ਸੀ ਉਸ ਇੰਸੀਡੈਂਟ ਦੇ ਬਾਰੇ ਕੋਈ ਨਾ ਕੁਝ ਇਹੋ ਜਿਹੀ ਟਿੱਪਣੀ ਕਰਨੀ। ਜਿਵੇਂ ਅੱਜ ਉਹਨਾਂ ਨੇ 27 ਤਰੀਕ ਦੀ ਇੱਕ ਸਰਬ ਜਥੇਬੰਦੀਆਂ ਦੀ ਮੀਟਿੰਗ ਬੁਲਾ ਲਈ ਹੈ, ਇਹ ਪਹਿਲਾਂ ਤੋਂ ਹੀ ਬੁਲਾ ਲੈਣੀ ਚਾਹੀਦੀ ਸੀ ਔਰ ਪੰਜਾਬ ਦੇ ਹਾਲਾਤਾਂ ਦੇ ਸਹੀ ਕੀ ਅਤੇ ਗਲਤ ਕੀ, ਇਹਦਾ ਨਿਤਾਰਾ ਪਹਿਲਾਂ ਹੀ ਕਰ ਦੇਣਾ ਚਾਹੀਦਾ ਸੀ। ਮੈਂ ਸਮਝਦਾ ਕਿ ਕਾਫੀ ਦੇਰੀ ਹੋ ਚੁੱਕੀ ਆ ਔਰ ਮੌਜੂਦਾ ਹਾਲਾਤ ਦੇ ਉੱਤੇ ਮੈਂ ਇਹ ਗੱਲ ਜ਼ਰੂਰ ਕਹਾਂਗਾ ਕਿ ਕੁਝ ਹਾਲਾਤਾਂ ਦੇ ਵਿੱਚ ਕੁਝ ਨੌਜਵਾਨਾਂ ਦੀ ਬਹੁਤ ਜ਼ਿਆਦਾ ਫੜੋ ਫੜਾਈ ਹੋ ਰਹੀ ਆ ਜਿਹੜੀ ਕਿ ਨਹੀਂ ਹੋਣੀ ਚਾਹੀਦੀ। ਔਰ ਇਹੋ ਜਿਹੀ ਫੜੋ ਫੜਾਈ ਨੌਜਵਾਨਾਂ ਦੇ ਮਨਾਂ ਦੇ ਵਿੱਚ, ਇਹ ਦਿਲੋਂ ਬਿਆਨ ਹੈ ਕਿ ਸਿਆਸੀ ਬਿਆਨ ਹੈ? ਅਤੇ ਮੈਂ ਆਪਣੀ ਦਿਲ ਦੀ ਗੱਲ ਕਰਦਾ ਵਾਂ ਕਿ ਕਿਉਂਕਿ ਮੈਂ ਉਸ ਹਾਲਾਤ ਨੂੰ ਹੰਢਾਇਆ। ਉਹ ਨੌਜਵਾਨਾਂ ਦੇ ਵਿੱਚ ਇਹੋ ਜਿਹੀ ਫੜੋ ਫੜਾਈ ਦੇ ਵਿੱਚ ਰੋਸ ਵਧਣਾ ਉਹ ਇੱਕ ਸੁਭਾਵਿਕ ਆ ਔਰ ਮੈਂ ਕਹਾਂਗਾ ਕਿ ਸਰਕਾਰ ਨੂੰ ਕਿ ਤੁਰੰਤ ਉਹਨਾਂ ਦੀ ਪੜਤਾਲ ਕਰਕੇ ਜਿਹੜੇ ਬੇਕਸੂਰ ਨੌਜਵਾਨ ਨੇ ਉਹਨਾਂ ਦੀ ਰਿਹਾਈ ਜਿਹੜੀ ਜਲਦ ਕੀਤੀ ਜਾਣੀ ਚਾਹੀਦੀ ਹੈ। ਪਰ ਤੁਹਾਡੀ ਇਸ ਗੱਲ ਤੋਂ ਇੱਕ ਸਵਾਲ ਖੜਾ ਹੁੰਦਾ ਕਿ ਜਿਸ ਢੰਗ ਨਾਲ ਪੰਜਾਬ ਸਰਕਾਰ ਵੱਲੋਂ ਕਾਰਵਾਈ ਕੀਤੀ ਗਈ, ਇਹ ਕਿਹਾ ਜਾ ਰਿਹਾ, ਸਾਰਿਆਂ ਵੱਲੋਂ ਇਸ ਗੱਲ ਨੂੰ ਕੰਡੈਮ ਕੀਤਾ ਜਾ ਰਿਹਾ ਕਿ ਉਹਦੀ ਅਰੈਸਟ ਜਿਹੜੀ ਆ ਉਹ ਉਹਦੇ ਪਿੰਡ ਜੱਲੂਪੁਰ ਖੇੜਾ ਵੀ ਹੋ ਸਕਦੀ ਸੀ, ਜਾਂ ਉਹ ਵਾਰ-ਵਾਰ ਕਹਿ ਰਿਹਾ ਸੀ ਮੈਨੂੰ ਅਰੈਸਟ ਕਰ ਲਓ। ਅਜਨਾਲੇ ਦੇ ਵਿੱਚ ਵੀ ਗਿਆ, ਪਿੰਡ ਦੇ ਵਿੱਚ ਵੀ ਕਿਹਾ ਕਿ ਮੈਨੂੰ ਕਰਨਾ ਤੇ ਕਰ ਲਓ। ਜਿਸ ਢੰਗ ਨਾਲ ਪੂਰਾ ਇੰਨੀਆਂ ਮਤਲਬ ਭਾਰੀ ਫੋਰਸ ਲਾ ਕੇ ਇੰਨੀਆਂ ਗੱਡੀਆਂ, ਜਿਸ ਦੇ ਕਿ ਹਾਈ ਕੋਰਟ ਦੇ ਵਿੱਚ ਵੀ ਗੱਲ ਪਹੁੰਚੀ, ਤੁਸੀਂ ਉਸ ਕਾਰਵਾਈ ਨੂੰ ਕਿਵੇਂ ਵੇਖਦੇ ਹੋ? ਵੇਖੋ, ਸ਼ੁਰੂ ਤੋਂ ਹੀ ਸਾਡੀ ਸਰਕਾਰ ਜਿਹੜੀ ਨਾ ਪੰਜਾਬ ਦੀ ਇਹ ਫੇਲ ਰਹੀ ਆ। ਤੁਸੀਂ ਅੱਜ ਦੀ ਗੱਲ ਕਰਦੇ ਹੋ, ਮੈਂ ਤਾਂ ਕਹਾਂਗਾ ਕਿ ਪਿਛਲੇ 23 ਤਰੀਕ ਨੂੰ ਜਦੋਂ ਅਜਨਾਲੇ ਇੰਸੀਡੈਂਟ ਹੋਇਆ ਸੀ, ਉਹ ਨਹੀਂ ਹੋਣਾ ਚਾਹੀਦਾ ਸੀ।
ਉਹਨਾਂ ਨੂੰ ਰਸਤੇ ਦੇ ਵਿੱਚ ਰੋਕ ਲਿਆ ਜਾਣਾ ਚਾਹੀਦਾ ਸੀ। ਵੇਖੋ, ਅੰਮ੍ਰਿਤਪਾਲ ਨੂੰ ਵੀ ਪਤਾ ਹੈ ਕਿ ਅਜਨਾਲੇ ਕੀ ਹੋਣ ਜਾ ਰਿਹਾ, ਸਰਕਾਰ ਨੂੰ ਵੀ ਪਤਾ ਹੈ ਅਜਨਾਲੇ ਕੀ ਹੋਣ ਜਾ ਰਿਹਾ ਹੈ। ਇਹਨਾਂ ਦੋਵਾਂ ਦੀ ਜਿਹੜੀ ਹੈਗੀ ਆ, ਮੈਂ ਸਮਝਦਾ ਕਿ ਇਹ ਇੱਕ ਕਿਸਮ ਦੀ ਸਾਜ਼ਿਸ਼ ਜਿਹੜੀ ਆ ਨਾ, ਉਹ ਪੰਜਾਬ ਦੇ ਵਿੱਚ ਲਾਂਬੂ ਲਾਉਣ ਦੀ ਇਹਨਾਂ ਦੋਵਾਂ ਨੇ ਹੀ ਉਹਦੇ ਵਿੱਚ ਆਪੋ ਆਪਣਾ ਰੋਲ ਜਿਹੜਾ ਨਿਭਾਇਆ। ਜਦੋਂ ਕਿ ਸ਼ੁਰੂ ਤੋਂ ਹੀ ਸਰਕਾਰ ਨੂੰ ਵੀ ਇੰਟੈਲੀਜੈਂਸ ਏਜੰਸੀਆਂ ਦੀ ਰਿਪੋਰਟ ਮਿੰਟ ਦੀ ਮਿਲਦੀ ਹੈ। ਸਰਕਾਰ ਚਾਹਵੇ ਤਾਂ ਉਹਨੂੰ ਰਸਤੇ ਦੇ ਵਿੱਚ ਜਾਂ ਘਰੋਂ ਜਾਂ ਜਿਸ ਥਾਂ ਤੋਂ ਤੁਰੇ ਨੇ ਉੱਥੋਂ ਹੀ ਉਹਨਾਂ ਨੂੰ ਰੋਕ ਲਿਆ ਜਾਣਾ ਚਾਹੀਦਾ ਸੀ, ਰੋਕਿਆ ਜਾ ਸਕਦਾ ਸੀ। ਉਵੇਂ ਹੀ ਅੰਮ੍ਰਿਤਪਾਲ ਨੂੰ ਪਤਾ ਹੈ ਕਿ ਉੱਥੇ ਬੈਰੀਗੇਡ ਲੱਗੇ ਹੋਏ ਨੇ। ਵੇਖੋ, ਜੇਕਰ ਉਹ ਇੱਕ ਜਥੇਬੰਦੀ ਦਾ ਆਗੂ ਆ ਤੇ ਉਹਨੂੰ ਇਹ ਆ, ਦੂਰਦਰਸ਼ਟੀ ਹੋਣੀ ਹਰੇਕ ਦੇ ਵਿੱਚ ਲਾਜ਼ਮੀ ਆ। ਉਹਨੂੰ ਪਤਾ ਹੈ ਕਿ ਉੱਥੇ ਕੀ ਹੋਣ ਜਾ ਰਿਹਾ ਹੈ ਔਰ ਉਹ ਸਾਰਾ ਕੁਝ ਵਾਕਿਆ ਉੱਥੇ ਵਰਤਾਇਆ ਗਿਆ ਹੈ ਤੇ ਉਹਦੇ ਵਿੱਚ ਅੰਮ੍ਰਿਤਪਾਲ ਦਾ ਵੀ ਬਹੁਤ ਵੱਡਾ ਰੋਲ ਰਿਹਾ, ਜਿਹੜਾ ਕਿ ਉਹ ਮੈਂ ਉਸ ਦੀ ਨਿਖੇਧੀ ਕਰਾਂਗਾ। ਨਹੀਂ, ਚਲੋ ਠੀਕ ਹੈ, ਤੁਸੀਂ ਲਗਾਤਾਰ ਉਸ ਗੱਲ ਦੀ ਨਿੰਦਿਆ ਕੀਤੀ ਆ, ਪਰ ਹੁਣ ਇਸ ਆਪਰੇਸ਼ਨ ਨੂੰ ਤੁਸੀਂ ਕਿਵੇਂ ਦੇਖਦੇ ਹੋ? ਇਹ ਆਪਰੇਸ਼ਨ ਕਿਵੇਂ ਦਾ ਹੋਣਾ ਚਾਹੀਦਾ ਸੀ, ਕਿਵੇਂ ਦਾ ਕੀਤਾ ਗਿਆ? ਇਸ ਆਪਰੇਸ਼ਨ ਨੂੰ ਕਰਨ ਦੇ ਢੰਗ ਤਰੀਕਿਆਂ ਦੇ ਵਿੱਚ ਹਰੇਕ ਤੇ ਆਪੋ ਆਪਣੇ ਵਿਚਾਰ ਹੋ ਸਕਦੇ ਨੇ। ਪੰਜਾਬ ਸਰਕਾਰ ਨੇ ਜਿਵੇਂ ਕੋਸ਼ਿਸ਼ ਕੀਤੀ ਹੈ, ਪਰ ਫਿਰ ਵੀ ਜਿਵੇਂ ਦੱਸਿਆ ਜਾ ਰਿਹਾ ਕਿ ਅੰਮ੍ਰਿਤਪਾਲ ਇਹਨਾਂ ਦੇ ਹੱਥੋਂ ਉਹ ਸਲਿੱਪ ਹੋ ਗਿਆ, ਕਿਸੇ ਹੋਰ ਥਾਂ ਚਲੇ ਗਿਆ, ਤੋ ਮੈਂ ਸਮਝਦਾ ਹਾਂ ਕਿ ਇਹਨਾਂ ਨੂੰ ਆਪਣੇ ਜਿਹੜਾ ਨਾ ਗ੍ਰਿਫਤਾਰ ਕਰਨ ਦਾ ਢੰਗ ਤਰੀਕਾ, ਉਹਨਾਂ ਦੀ ਪਲੈਨਿੰਗ ਜਿਹੜੀ ਹੈ ਕਿ ਬਿਲਕੁਲ ਸਟੀਕ ਨਹੀਂ ਸੀ। ਸਟੀਕ ਪਲੈਨਿੰਗ ਦੀ ਬਹੁਤ ਜ਼ਰੂਰੀ ਆ। ਇਸ ਗੱਲ ਤੋਂ ਪੰਜਾਬ ਲੱਗਦਾ ਕਿ ਸੈਂਟਰ ਨੇ ਵੀ ਇੰਨੀ ਜ਼ਿਆਦਾ ਫੋਰਸ ਦੇ ਦਿੱਤੀ, ਉਹ ਜਿਹੜਾ ਉਹਦਾ ਲਾਹਾ ਨਹੀਂ ਲੈ ਸਕੀ ਸਰਕਾਰ। ਵੇਖੋ, ਸੈਂਟਰ ਨੇ ਤਾਂ ਜਿਵੇਂ ਮੁੱਖ ਮੰਤਰੀ ਪੰਜਾਬ ਨੇ ਮੰਗ ਕੀਤੀ ਹੈ, ਫੋਰਸ ਉਹਨਾਂ ਦੇ ਦਿੱਤੀ ਹੈ। ਬਾਕੀ ਦੀ ਕਮਾਂਡ ਜਿਹੜੀ ਆ ਉਹ ਪੰਜਾਬ ਗੌਰਮੈਂਟ ਦੇ ਹੱਥ ਵੱਸ ਸੀ। ਪੰਜਾਬ ਗੌਰਮੈਂਟ ਨੇ ਸਾਰਾ ਕੁਝ ਪਲਾਨ ਕਰਨਾ ਸੀ, ਇਹਨਾਂ ਦੀ ਡੀਜੀਪੀ ਨੇ ਪਲਾਨ ਕਰਨਾ ਸੀ। ਤੋ ਉਸ ਪਲਾਨ ਦੇ ਵਿੱਚ ਜੇ ਕੋਈ ਫੇਲਿਅਰ ਹੈ ਤਾਂ ਸੈਂਟਰ ਨਹੀਂ, ਪੰਜਾਬ ਗੌਰਮੈਂਟ ਦੀ ਫੇਲਿਅਰ ਹੈ। ਹੁਣ ਤੁਸੀਂ ਕੀ ਦੇਖ ਰਹੇ ਹੋ? ਕਿਉਂਕਿ ਇਸ ਇੱਕ ਢੰਗ ਨਾਲ ਜਿਸ ਤਰ੍ਹਾਂ ਦੀਆਂ ਵੀਡੀਓਜ਼ ਲਗਾਤਾਰ ਸਾਹਮਣੇ ਆ ਰਹੀਆਂ ਨੇ ਔਰ ਬਹੁਤ ਸਾਰੇ ਲੋਕ ਇਹ ਕਹਿ ਰਹੇ ਨੇ ਕਿ ਉਸ ਦੀ ਕਿਰਦਾਰਕੁਸ਼ੀ ਕੀਤੀ ਜਾ ਰਹੀ ਹੈ, ਉਸ ਨੂੰ ਮਤਲਬ ਗਲਤ ਪੋਰਟਰੇਟ ਕੀਤਾ ਜਾ ਰਿਹਾ ਅੰਮ੍ਰਿਤਪਾਲ ਨੂੰ, ਜਿਸ ਢੰਗ ਦੀਆਂ ਉਹਦੀਆਂ ਫੋਟੋਆਂ, ਦੀਆਂ ਵੀਡੀਓ, ਦੀਆਂ ਆਡੀਓਜ਼ ਖਾਸ ਤੌਰ ਤੇ ਨੈਸ਼ਨਲ ਚੈਨਲਸ ਜਾਂ ਹੋਰ ਜਗ੍ਹਾ ਤੇ ਜਿਹੜੀਆਂ ਨਿਕਲ ਕੇ ਸਾਹਮਣੇ ਆ ਰਹੀਆਂ, ਤੁਸੀਂ ਕਿਵੇਂ ਵੇਖਦੇ ਹੋ? ਗਿੱਲ ਸਾਹਿਬ, ਆਪਾਂ ਸ਼ੁਰੂ ਤੋਂ ਹੀ ਪੰਜਾਬ ਦੀ ਉਸ ਮੂਵਮੈਂਟ ਦੇ ਵਿੱਚ ਕਿਸੇ ਨਾ ਕਿਸੇ ਤਰ੍ਹਾਂ ਤੁਹਾਨੂੰ ਪਤਾ ਉਹ ਜੁੜੇ ਰਹੇ ਹਾਂ ਔਰ ਮੈਂ ਅੱਜ ਵੀ ਇਹ ਗਰੰਟੀ ਨਾਲ ਕਹਿ ਸਕਦਾ ਕਿ ਇਸ ਵਰਤਾਰੇ ਦੇ ਪਿੱਛੇ ਵੀ ਪਾਕਿਸਤਾਨ ਦਾ ਔਰ ਬਾਹਰਲੀਆਂ ਜਿਹੜੀਆਂ ਕੁਝ ਸਿੱਖ ਜਥੇਬੰਦੀਆਂ ਦਾ ਬਹੁਤ ਵੱਡਾ ਰੋਲ ਰਿਹਾ। ਉਹ ਖਾਸ ਕਰਕੇ ਵੇਖੋ, ISI ਦੀ ਇਸ਼ਾਰਿਆਂ ਦੇ ਉੱਤੇ ਜੋ ਲੰਡਨ ਦੇ ਵਿੱਚ ਸਾਡੇ ਤਿਰੰਗੇ ਦੀ ਬੇਅਦਬੀ ਜਿਹੜੀ ਕੀਤੀ ਗਈ, ਅਪਮਾਨ ਕੀਤਾ ਗਿਆ, ਉਹ ਬਹੁਤ ਮਾੜਾ ਹੋਇਆ। ਉੱਤੇ ਵੀ ਮੈਂ ਆਨਾ, ਉਹ ਤੁਹਾਡੇ ਤੋਂ ਪੁੱਛਣਾ ਸਵਾਲ ਉਹ ਆਵਾਂਗਾ, ਪਰ ਤੁਸੀਂ ਮੈਂ ਜਿਹੜਾ ਸਵਾਲ ਤੁਹਾਨੂੰ ਕੀਤਾ ਗਿਆ, ਤੁਸੀਂ ਕਿਵੇਂ ਵੇਖਦੇ ਹੋ ਇਸ ਚੀਜ਼ ਨੂੰ ਕਿ ਅੰਮ੍ਰਿਤਪਾਲ ਦਾ ਕਰੈਕਟਰ ਤੁਹਾਨੂੰ ਲੱਗਦਾ ਵਾਕਈ ਇਸ ਤਰ੍ਹਾਂ ਦਾ ਹੋਏਗਾ ਜਾਂ ਕਿ ਇੱਕ ਪੋਰਟਰੇਟ, ਗਲਤ ਪੋਰਟਰੇਟ ਕੀਤਾ ਜਾ ਰਿਹਾ ਹੈ, ਕੀ ਹੈ ਜਾਂ ਕੀ ਲੱਗਦਾ ਤੁਹਾਨੂੰ? ਜੇ ਤੁਸੀਂ ਮੈਨੂੰ ਪੁੱਛਦੇ ਹੋ ਤਾਂ ਮੈਂ ਬੇਝਿਜਕ ਇਹ ਗੱਲ ਕਹਿਣ ਦੇ ਵਿੱਚ ਸੰਗ ਨਹੀਂ ਰੱਖਾਂਗਾ ਕਿ ਉਹਨਾਂ ਨੇ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ ਦੇ ਮਾਡਲ ਨੂੰ ਫੋਲੋ ਕਰਨ ਦੀ ਕੋਸ਼ਿਸ਼ ਕੀਤੀ ਹੈ, ਪਰ ਉਹ ਇਹ ਗੱਲ ਕਿਸੇ ਤਰ੍ਹਾਂ ਉਹ ਭੁੱਲ ਕੇ ਜਾਂ ਉਹਨੂੰ ਟ੍ਰੇਨਡ ਕਰਨ ਵਾਲਿਆਂ ਕੋਲ ਇਹ ਖਾਮੀਆਂ ਰਹਿ ਗਈਆਂ ਨੇ ਉਹਦੇ ਵਿੱਚ। ਕਿਉਂਕਿ ਸੰਤ ਜਰਨੈਲ ਸਿੰਘ ਆਮ ਮਨੁੱਖ ਨਹੀਂ ਸੀ, ਉਹ ਬਾਣੀ ਦਾ ਪੱਕਾ ਸੀ ਔਰ ਉਸ ਦੀ ਵਿਚਾਰਧਾਰਾ ਦੀ ਜੇ ਤੁਸੀਂ ਗੱਲ ਕਹੋ ਕਿ ਖਾਲਿਸਤਾਨ ਜਿਹੜੀ ਹੈ ਉਹ ਸੰਤ ਜਰਨੈਲ ਸਿੰਘ ਨੇ ਸ਼ੁਰੂ ਕੀਤੀ, ਨਹੀਂ, ਇਹ ਬਿਲਕੁਲ ਗੱਲ ਗਲਤ ਹੈ। ਸੰਤ ਜਰਨੈਲ ਸਿੰਘ ਦੇ ਮੂੰਹ 'ਚ ਖਾਲਿਸਤਾਨ ਲਫ਼ਜ਼ ਪਾਉਣ ਦੀ ਜਿਹੜੀ ਹੈ ਉਸ ਵੇਲੇ ਦੀ ਕਾਂਗਰਸ ਸਰਕਾਰ ਨੇ ਕੋਸ਼ਿਸ਼ ਕੀਤੀ ਸੀ। ਸੰਤ ਜਰਨੈਲ ਸਿੰਘ ਦੀ ਮੂਵਮੈਂਟ ਕਿਤੇ ਵੀ ਖਾਲਿਸਤਾਨ ਦੇ ਹੱਕ 'ਚ ਨਹੀਂ ਰਹੀ ਸੀ। ਤੁਸੀਂ ਵੀ ਅੰਮ੍ਰਿਤਸਰ ਦੇ ਵਿੱਚ ਰਹੇ ਹੋ ਔਰ ਅੰਮ੍ਰਿਤਸਰ ਦੇ ਲੋਕਾਂ ਤੋਂ ਇਹ ਗੱਲ ਜ਼ਰੂਰ ਸੁਣੀ ਹੋਵੇਗੀ ਔਰ ਤੁਸੀਂ ਪੱਤਰਕਾਰ ਦੇ ਤੌਰ ਤੇ ਵੀ ਤੁਸੀਂ ਇਸ ਗੱਲ ਦੀ ਜ਼ਰੂਰ ਸਟੱਡੀ ਕੀਤੀ ਹੋਵੇਗੀ। ਸੰਤ ਜਰਨੈਲ ਸਿੰਘ ਦੀ ਸਾਰੀ ਮੂਵਮੈਂਟ ਜਿਹੜੀ ਆ ਅਨੰਦਪੁਰ ਸਾਹਿਬ ਦੇ ਮਤੇ ਨੂੰ ਲੈ ਕੇ ਸੀ, ਪੰਜਾਬ ਦੇ ਹੱਕਾਂ ਹਿੱਤਾਂ ਨੂੰ ਲੈ ਕੇ ਸੀ, ਸਟੇਟਾਂ ਦੇ ਵੱਧ ਅਧਿਕਾਰਾਂ ਨੂੰ ਲੈ ਕੇ ਸੀ, ਖਾਲਸਾਨ ਵਾਸਤੇ ਬਿਲਕੁਲ ਨਹੀਂ ਸੀ। ਮੈਂ ਤੁਹਾਨੂੰ ਇੱਕ ਹੋਰ ਮਿਸਾਲ ਦਿੰਦਾ, ਜਿਵੇਂ ਇੱਕੋ ਇੱਕ ਗੱਲ ਹੁੰਦੀ ਹੈ ਇਹਨਾਂ ਗਰਮ ਖਿਆਲੀਆਂ ਕੋ ਖਾਲਿਸਤਾਨ ਦੇ ਹੱਕ 'ਚ ਬੋਲਣ ਵਾਸਤੇ ਕਿ ਸੰਤ ਜਰਨੈਲ ਸਿੰਘ ਜੀ ਨੇ ਇੱਕ ਉਸ ਵੇਲੇ ਗੱਲ ਕਹੀ ਹੈ ਕਿ ਸ੍ਰੀ ਦਰਬਾਰ ਸਾਹਿਬ ਦੇ ਅਟੈਕ ਹੋਏਗਾ, ਖਾਲਸਾ ਦੀ ਨਹੀਂ ਰੱਖੀ ਜਾਵੇਗੀ। ਇਹੀ ਗੱਲ, ਇਸ ਤੋਂ ਇਲਾਵਾ ਉਹਨਾਂ ਕੋਲ ਕਹਿਣ ਲਈ ਕੋਈ ਗੱਲ ਨਹੀਂ। ਉਸੇ ਗੱਲ 'ਤੇ ਆ ਜਾਓ, ਤੁਸੀਂ ਥੋੜ੍ਹੇ ਜਿਹੇ ਇਸ 'ਤੇ ਐਨਾਲਿਸਿਸ ਕਰਕੇ ਵੇਖ ਲਈਏ, ਰੈਡ ਕਰਕੇ ਵੇਖੀਏ। ਸੰਤ ਜਰਨੈਲ ਸਿੰਘ ਦੇ ਅਟੈਕ ਦਰਬਾਰ ਸਾਹਿਬ 'ਤੇ ਹੋਇਆ 1 ਜੂਨ ਨੂੰ, ਸੰਤ ਜੀ 6 ਜੂਨ ਨੂੰ ਸ਼ਹੀਦ ਹੁੰਦੇ ਨੇ। 6 ਜੂਨ ਦੇ ਦੌਰਾਨ 1 ਤੋਂ ਲੈ ਕੇ 6 ਜੂਨ ਤੱਕ ਸਾਨੂੰ ਸਾਰਿਆਂ ਨੂੰ ਪਤਾ ਹੈ, ਲਿਖਤ ਸਾਡੇ ਕੋਲ ਮੌਜੂਦ ਨੇ, ਸਾਡੇ ਅੱਜ ਵੀ ਉਹ ਕੁਝ ਲੋਕ ਜੀਵਤ ਨੇ ਜਿਹੜੇ ਉਸ ਮੌਕੇ ਦੇ ਉੱਤੇ ਦਰਬਾਰ ਸਾਹਿਬ ਤੋਂ ਬਾਹਰ ਆਏ ਨੇ ਜਾਂ ਸੰਤ ਜਰਨੈਲ ਸਿੰਘ ਨੇ ਉਹਨਾਂ ਨੂੰ ਬਾਹਰ ਭੇਜਿਆ। ਕਿਸੇ ਵੀ ਇੱਕ ਸ਼ਖਸ ਨੇ ਬਾਹਰ ਆਣ ਕੇ ਇਹ ਗੱਲ ਕਹੀ ਹੋਵੇ
ਕਿ ਸੰਤਾਂ ਨੇ ਕਿਹਾ ਕਿ ਤੁਸੀਂ ਬਾਹਰ ਜਾ ਕੇ ਖਾਲਸਾ ਦਾ ਐਲਾਨ ਕਰ ਦਿਓ। ਗੱਲ ਕਹੀ ਹੈ, ਨਹੀਂ ਕਹੀ। ਕੋਈ ਗੱਲ ਕਿਸੇ ਸਿੰਘ ਨੇ ਆਣ ਕੇ ਬਾਹਰ ਆਣ ਕੇ ਇਹ ਗੱਲ ਨਹੀਂ ਕਹੀ। ਕਹਿਣ ਤੋਂ ਭਾਵ ਸੰਤ ਜਰਨੈਲ ਸਿੰਘ ਆਪ ਖੁਦ ਨਹੀਂ ਚਾਹੁੰਦੇ ਸੀ ਖਾਲਸਾ ਦੀ ਕੋਈ ਇਸ ਤਰ੍ਹਾਂ ਦੀ ਗੱਲ ਨਿਕਲੇ। ਔਰ ਜਦੋਂ ਤੁਹਾਨੂੰ ਪਤਾ ਹੈ ਜੀ ਅਟੈਕ ਹੋਣ ਤੋਂ ਕੁਝ ਕੁ ਸਮੇਂ ਪਹਿਲਾਂ ਵੀ ਕਈ ਪੱਤਰਕਾਰਾਂ ਨੇ ਸੰਤ ਜਰਨੈਲ ਸਿੰਘ ਦੀ ਇੰਟਰਵਿਊ ਕੀਤੀ। ਉਸ ਵੇਲੇ ਉਹਨਾਂ ਸੰਤਾਂ ਕੋਲ ਪੁੱਛਿਆ ਕਿ ਦੱਸੋ ਖਾਲਸਾ ਬਾਰੇ ਤੁਹਾਡੇ ਕੀ ਵਿਚਾਰ ਨੇ। ਉਹ ਸੰਤਾਂ ਦਾ ਇਹੀ ਕਹਿਣਾ ਸੀ ਕਿ ਅਸੀਂ ਪੰਜਾਬੀਆਂ ਨੇ, ਸਿੱਖਾਂ ਨੇ 93% ਹਿੰਦੁਸਤਾਨ ਦੀ ਆਜ਼ਾਦੀ ਲਈ ਸਿਰ ਦਿੱਤੇ ਹੈ। ਅਸੀਂ ਬਰਾਬਰ ਦਾ ਹੱਕ ਚਾਹੁੰਦੇ ਹਾਂ, ਨਾ ਕਿ ਖਾਲਸਾ ਜਾਂ ਪੰਜਾਬ ਦੇ ਵਿੱਚੋਂ ਅਸੀਂ ਆਜ਼ਾਦ ਚਾਹੁੰਦੇ ਹਾਂ। ਸਾਡਾ ਹਿੰਦੁਸਤਾਨ ਸਾਡਾ ਆਪਣਾ। ਜੇ ਉਸ ਨਜ਼ਰੀਏ ਨਾਲ ਦੇਖਿਆ ਜਾਵੇ ਤਾਂ ਸੰਤ ਜਰਨੈਲ ਸਿੰਘ ਤੋਂ ਵੱਡਾ ਸਾਡੇ ਕੋਲ ਰਾਸ਼ਟਰਵਾਦੀ ਤੁਹਾਨੂੰ ਕੋਈ ਨਹੀਂ ਲੱਭੇਗਾ। ਦੂਜੀ ਗੱਲ, ਉਸੇ ਤਰ੍ਹਾਂ ਜੇ ਟਕਸਾਲ ਦੀ ਗੱਲ ਕੀਤੀ ਜਾਵੇ ਤਾਂ ਸੰਤ ਜਰਨੈਲ ਸਿੰਘ ਤੋਂ ਬਾਅਦ ਟਕਸਾਲ ਦੇ ਵਿੱਚ ਮੁਖੀ ਵਜੋਂ ਸੰਤ ਬਾਬਾ ਠਾਕੁਰ ਸਿੰਘ ਜੀ ਅੱਗੇ ਆਏ ਨੇ। ਔਰ ਸੰਤ ਬਾਬਾ ਠਾਕੁਰ ਸਿੰਘ ਜੀ ਨੇ ਉਸ ਵੇਲੇ ਅਕਾਲੀ ਦਲ ਮਾਨ ਨੂੰ ਆਪਣਾ ਸਿਆਸੀ ਵਿੰਗ ਵਜੋਂ ਪ੍ਰਵਾਨਗੀ ਦਿੱਤੀ ਸੀ। ਔਰ ਜਦੋਂ ਸਿਮਰਜੀਤ ਸਿੰਘ ਮਾਨ ਨੇ ਅੰਮ੍ਰਿਤਸਰ ਐਲਾਨਨਾਮਾ, ਜਿਹਨੂੰ ਆਪਾਂ ਖਾਲਸਾ ਐਲਾਨਨਾਮਾ ਵੀ ਕਿਹਾ ਜਾਂਦਾ, ਉਸ ਐਲਾਨਨਾਮੇ ਦੇ ਦਸਤਖਤ ਕੀਤੇ ਤੇ ਬਾਬਾ ਠਾਕੁਰ ਸਿੰਘ ਜੀ ਨੇ ਉਸ ਵੇਲੇ ਇਹਦਾ ਬਾਈਕਾਟ ਕਰਤਾ ਮਾਨ ਸਾਹਿਬ ਦਾ ਕਿ ਮਾਨ ਸਾਹਿਬ ਤੁਹਾਨੂੰ ਹੁਣ ਸਾਡੇ ਕੋਲ ਆਉਣ ਦੀ ਜ਼ਰੂਰਤ ਨਹੀਂ। ਇਹ ਇੱਕ ਜਿਹੜਾ ਵਰਤਾਰਾ ਹੈ ਨਾ ਖਾਲਸਾ ਦੇ ਪ੍ਰਤੀ ਟਕਸਾਲ ਦਾ, ਉਹ ਸੰਤ ਜਰਨੈਲ ਸਿੰਘ ਦਾ। ਤਾਂ ਤੁਸੀਂ ਆਪ ਇਸ ਦਾ ਨਿਚੋੜ ਕਰ ਸਕਦੇ ਹੋ। ਮਤਲਬ ਤੁਹਾਨੂੰ ਲੱਗਦਾ ਕਿ ਇੱਕ ਬਰਤਾਨਤ ਵਰਤਾਏ ਜਾਣ ਦੀ ਇੱਕ ਕੋਸ਼ਿਸ਼ ਕੀਤੀ ਗਈ ਸੀ। ਔਰ ਮੇਰੇ ਕਹਿਣ ਦਾ ਭਾਵ ਇਹ ਹੈ ਕਿ ਖਾਲਸਾ ਦਾ ਜਿਹੜਾ ਬਰਤਾਂਤ ਹੈ ਨਾ ਉਹ ਝੂਠ ਦੇ ਉੱਤੇ ਆਧਾਰਿਤ ਕੀਤਾ ਗਿਆ ਔਰ ਸੰਤ ਜਰਨੈਲ ਸਿੰਘ ਔਰ ਟਕਸਾਲ ਦੇ ਉੱਤੇ ਇਹ ਮੜਿਆ ਗਿਆ। ਜਦੋਂ ਕਿ ਨਾ ਸੰਤ ਜਰਨੈਲ ਸਿੰਘ ਨਾ ਦਮਦਮੀ ਟਕਸਾਲ ਖਾਲਸਾ ਦੇ ਹੱਕ 'ਚ ਪਹਿਲਾਂ ਸੀ, ਨਾ ਅੱਜ ਹੀ ਆ। ਔਰ ਉਹ ਸੰਤ ਜਰਨੈਲ ਸਿੰਘ ਵੀ ਤੁਹਾਨੂੰ ਪਤਾ ਹੀ ਹੈ ਜੀ, ਜਦੋਂ ਤੁਸੀਂ ਮੂਵਮੈਂਟ ਨਾਲ ਸ਼ਾਮਿਲ ਸੀ ਉਦੋਂ ਕਿਤੇ ਨਾ ਕਿਤੇ ਖਾਲਿਸਤਾਨ ਦੀ ਗੱਲ ਆਉਂਦੀ ਸੀ। ਖਾਲਿਸਤਾਨ ਦੀ ਫਿਰ ਕਾਹਦੇ ਵਾਸਤੇ ਲੜਦੇ ਸੀ? ਵੇਖੋ ਉਸ ਵੇਲੇ ਵੀ ਪੰਜਾਬ ਦੇ ਹੱਕਾਂ ਦੀ ਲੜਾਈ ਚੱਲਦੀ ਸੀ। ਕੋਈ ਵੀ ਜਿਹੜੀ ਉਸ ਵੇਲੇ ਮੂਵਮੈਂਟ ਦੇ ਵਿੱਚ ਜਿਹੜੀ ਸ਼ਾਮਲ ਰਹੇ ਨੇ, ਉਹ ਭਾਵੇਂ ਵੱਡੇ ਤੋਂ ਵੱਡਾ, ਛੋਟੇ ਤੋਂ ਛੋਟਾ, ਜੇ ਦੂਰ ਨਾ ਜਾਈਏ ਤੇ ਹੁਣੇ ਤੁਹਾਡੇ ਸਾਹਮਣੇ ਕੁਝ ਚਿਰ ਪਹਿਲਾਂ ਪਰੋਲ ਤੇ ਬਾਹਰ ਆਏ ਨੇ ਉਸੇ ਅਮਰਪਾਲ ਸਿੰਘ ਦੇ ਪਿੰਡ ਦੇ ਵਿੱਚੋਂ ਖੇੜਾ ਸਾਹਿਬ ਗੁਰਮੀਤ ਸਿੰਘ ਜੀ, ਉਹਨਾਂ ਨੇ ਕੀ ਕਿਹਾ ਕਿ ਸਾਡੇ ਤੋਂ ਵੱਡਾ ਜਿਹੜਾ ਖਾੜਕੂ ਉਹ ਵੀ ਖਾਲਸਾ ਦੀ ਨਹੀਂ ਸੀ, ਸਿਰਫ ਪੰਜਾਬ ਦੇ ਹੱਕਾਂ ਦੀ ਲੜਾਈ ਜਿਹੜੀ ਉਹ ਲੜਦੇ ਪਏ ਸੀ। ਕਿਉਂਕਿ ਉਸ ਵੇਲੇ ਤੁਹਾਨੂੰ ਪਤਾ ਬਹੁਤ ਕੁਝ ਸੈਂਟਰ ਦੇ ਵਿੱਚੋਂ ਇੰਦਰਾ ਗੌਰਮੈਂਟ ਨੇ ਜਾਂ ਉਹਨਾਂ ਤੋਂ ਬਾਹਰ ਰਾਜੀਵ ਗੌਰਮੈਂਟ ਨੇ ਜੋ ਕੁਝ ਪੰਜਾਬ ਦੇ ਨੌਜਵਾਨਾਂ ਦਾ ਵਰਤਾਇਆ ਉਹ ਬੜਾ ਵੱਡਾ ਦੁਖਾਂਤ ਸੀ। ਉਸ ਵਿੱਚੋਂ ਸਾਨੂੰ ਲੰਘਣਾ ਪਿਆ। ਮੈਂ ਤਾਂ ਕਹਾਂਗਾ ਕਿ ਉਸ ਦੌਰ ਦੇ ਦੁਖਾਂਤ ਨੂੰ ਰਾਸ਼ਟਰੀ ਦੁਖਾਂਤ ਵਜੋਂ ਪ੍ਰਵਾਨ ਕਰਕੇ ਸੈਂਟਰ ਨੂੰ ਜਿਹੜੀ ਉਹਨਾਂ ਦੇ ਸਾਰੇ ਜਿੰਨੇ ਵੀ ਉਸ ਵੇਲੇ ਪੀੜਤ ਨੇ, ਉਹ ਭਾਵੇਂ ਖਾੜਕੂਆਂ ਦੇ ਵਿੱਚੋਂ ਹੋਵੇ ਜਾਂ ਗੈਰ ਖਾੜਕੂ ਜਾਂ ਗੈਰ ਸਰਕਾਰੀ, ਉਹਨਾਂ ਸਾਰਿਆਂ ਦੀ ਮਦਦ ਕਰਨ ਦੀ ਜਿਹੜੀ ਨਾ ਖੁੱਲ੍ਹੇ ਮਨ ਦੇ ਨਾਲ ਸਾਨੂੰ ਉਹਨਾਂ ਦੀ ਜਿਹੜੀ ਪੀੜਾ ਨੂੰ ਹਰਨ ਕਰਨਾ ਚਾਹੀਦਾ। ਇੱਕ ਦੱਸੋ ਕਿ ਕਿਉਂਕਿ 2024 ਦੀ ਇਲੈਕਸ਼ਨ ਆ ਰਹੀਆਂ, ਸਾਰਾ ਕੇਂਦਰ ਤੇ ਦੋਸ਼ ਮੜਿਆ ਜਾ ਰਿਹਾ ਕਿ ਹੁਣ ਇਹ ਸਾਰਾ ਜਿਹੜਾ ਬਰਤਾਂਤ ਹੈ ਸੈਂਟਰ ਵੱਲੋਂ ਪਹਿਲਾਂ ਇੰਪਲਾਂਟ ਕੀਤਾ ਅੰਮ੍ਰਿਤਪਾਲ ਸਿੰਘ ਨੂੰ, ਏਜੰਸੀਆਂ ਨੇ ਹੁਣ ਕੰਮ ਲੈ ਲਿਆ, ਹੁਣ ਉਹਨੂੰ ਗਾਇਬ ਕਰ ਦੇਣਾ ਉਹਨਾਂ ਨੇ, ਇਸ ਤਰ੍ਹਾਂ ਦੀਆਂ ਗੱਲਾਂ ਸਾਹਮਣੇ ਆ ਰਹੀਆਂ। ਕੀ ਰੋਲ ਤੁਸੀਂ ਸਮਝਦੇ ਹੋ ਕਿ ਸਿਰਫ ਇੰਨਾ ਕਿਸੇ ਰੋਲ ਕਿ ਭਗਵੰਤ ਮਾਨ ਨੇ ਹੈਲਪ ਮੰਗੀ, ਉਹਨਾਂ ਨੂੰ ਫੋਰਸਿਸ ਦੇ ਦਿੱਤੀਆਂ ਗਈਆਂ, G20 ਦੇ ਬਹਾਨੇ ਜਿਹੜੀ ਉਹ ਪੂਰੀ ਕਾਰਵਾਈ ਕੀਤੀ ਗਈ? ਤੁਸੀਂ ਕੀ ਮੰਨਦੇ ਹੋ ਕਿ ਪੂਰੇ ਇਸ ਬਰਤਾਨ ਨੂੰ ਕਿਵੇਂ ਵੇਖਦੇ ਹੋ? ਵੇਖੋ, ਜਿਹੜੀ ਗੱਲ ਤੁਸੀਂ ਗੱਲ ਕਰਦੇ ਹੋ ਨਾ ਕਿ ਇਹ ਬਰਤਾਨ ਦੇ ਪਿੱਛੇ ਸੈਂਟਰ ਦਾ ਕੁਝ ਹੱਥ ਹੈ, ਕੁਝ ਰੋਲ ਹੈ, ਬਿਲਕੁਲ ਗਲਤ ਆ। ਸੈਂਟਰ ਦਾ ਜਾਂ ਬੀਜੇਪੀ ਦਾ ਇਹਦੇ ਵਿੱਚ ਕੋਈ ਰੋਲ ਨਾ ਪਹਿਲਾਂ ਸੀ, ਨਾ ਹੋਣਿਆ, ਨਾ ਅੱਗੇ ਹੀ ਰਹੇਗਾ। ਕਿਉਂਕਿ ਬੀਜੇਪੀ ਸਪਸ਼ਟ ਆ, ਬੀਜੇਪੀ ਇੱਕ ਰਾਸ਼ਟਰਵਾਦੀ ਪਾਰਟੀ ਹੈ। ਇਹਦੇ ਵਿੱਚ ਜੇ ਕੋਈ ਰਾਸ਼ਟਰੀ ਹਿੱਤਾਂ ਨੂੰ ਕੋਈ ਨੁਕਸਾਨ ਪਹੁੰਚਾਏਗਾ ਤੇ ਬੀਜੇਪੀ ਉਹਨਾਂ ਦੇ ਅਗੇਂਸਟ ਖੜਨੀ ਉਹ ਪਹਿਲਾ ਪ੍ਰਥਮ ਉਹਨਾਂ ਦਾ ਫਰਜ਼ ਜ਼ਿੰਮੇਵਾਰੀ ਹੈ, ਉਹ ਬਹੁਤ ਚੰਗੀ ਤਰ੍ਹਾਂ ਨਿਭਾ ਰਹੇ ਨੇ। ਅਮਰਪਾਲ ਦੇ ਪਿੱਛੇ ਪਹਿਲਾਂ ਤੋਂ ਵੀ ਔਰ ਅੱਜ ਵੀ ISI ਦਾ ਬੜਾ ਵੱਡਾ ਰੋਲ ਜਿਹੜਾ ਉਹ ਤੁਹਾਡੇ ਸਾਹਮਣੇ ਆ ਰਿਹਾ ਹੈ ਕਿਸੇ ਨਾ ਕਿਸੇ ਤਰ੍ਹਾਂ, ਨਹੀਂ ਤੇ ਇੰਨੀ ਵੱਡੀ ਫੰਡਿੰਗ ਨਹੀਂ ਸੀ ਹੋਣੀ ਸੀ। ਦੂਜੇ ਬੰਨੇ ਅਮਰਪਾਲ ਦੇ ਜਿੰਨੇ ਵੀ ਫੇਸਬੁੱਕ ਅਕਾਊਂਟ ਨੇ ਜਾਲੀ ਜਿਹੜੇ ਬਣੇ ਹੋਏ ਨੇ, ਉਹਨਾਂ ਦੇ ਸਮਰਥਕਾਂ ਵੱਲੋਂ ਜ਼ਿਆਦਾਤਰ ਦੇਖਿਆ ਗਿਆ ਕਿ ਉਹ ਪਾਕਿਸਤਾਨ ਵੱਲੋਂ ਹੀ ਕ੍ਰੀਏਟ ਹੋ ਕੇ ਤੇ ਵਿਦੇਸ਼ਾਂ ਦੇ ਵਿੱਚੋਂ ਸੰਚਾਲਿਤ ਹੋ ਰਹੇ ਨੇ, ਜਿਵੇਂ ਅਮਰੀਕਾ, ਕੈਨੇਡਾ, UK, ਉਹਨਾਂ ਦੇ ਵਿੱਚੋਂ ਇਹ ਫੇਸਬੁੱਕ ਅਕਾਊਂਟ ਜਿਹੜੇ ਸੰਚਾਲਿਤ ਹੋ ਰਹੇ ਨੇ। ਇਹ ਇਸ ਕਰਕੇ ਮੈਂ ਦਾਅਵੇ ਨਾਲ ਕਹਿ ਸਕਦਾ ਇਹਦੇ ਪਿੱਛੇ ISI ਦਾ ਹੀ ਹੱਥ ਨਿਕਲੇਗਾ। ਔਰ ਜਿਵੇਂ ਏਜੰਸੀਆਂ ਕਹਿ ਰਹੀਆਂ ਨੇ, ਕਾਫੀ ਕੁਝ ਜਿਹੜਾ ਹੁਣ ਹੌਲੀ ਹੌਲੀ ਸਾਹਮਣੇ ਨਿਤਰ ਕੇ ਸਾਹਮਣੇ ਆ ਰਿਹਾ। ਭਾਵੇਂ ਕੁਝ ਵੀ ਹੋਵੇ, ਕਿਸੇ ਦੇ ਮਗਰ ਲੱਗ ਕੇ ਆਪਾਂ ਆਪਣਾ ਹੀ ਨੁਕਸਾਨ ਕਰਵਾ ਰਹੇ ਹਾਂ। ਇਹ ਜਿਹੜੇ ਅਮਰਪਾਲ ਦੇ ਕਹਿਣ 'ਤੇ ਜਿਹੜੇ ਗੁੰਮਰਾਹ ਹੋਏ ਸਿੱਖ ਨੌਜਵਾਨ ਸਾਡੇ ਆਪਣੇ ਨੇ, ਮੈਂ ਸਮਝਦਾ ਉਹਨਾਂ ਨੂੰ ਹੁਣ ਵੀ ਭਟਕਣ ਤੋਂ ਪਹਿਲਾਂ, ਗੁਰਾਹੇ ਪੈਣ ਤੋਂ ਪਹਿਲਾਂ ਆਪਾਂ ਉਹਨਾਂ ਨੂੰ ਆਪਣੇ ਜਿਹੜੇ ਹੈਗੇ ਨੇ ਸਹੀ ਰਾਹ 'ਤੇ ਲਿਆਉਣਾ, ਉਸ ਮੈਂ ਸਮਝਦਾ ਸਾਡਾ ਆਪਣਾ ਫਰਜ਼ ਹੈ। ਸਾਨੂੰ ਉਸ ਪਾਸੇ ਕੋਸ਼ਿਸ਼ ਕਰਨ ਦੀ ਲੋੜ ਹੈ। ਅੰਮ੍ਰਿਤਪਾਲ ਸਿੰਘ ਦੀ ਜਿਹੜੀ ਕਹਿਣੀ ਸੀਗੀ, ਲਗਾਤਾਰ ਉਹਦੇ ਵੱਲੋਂ ਸਿਰ ਦੇਣ ਦੀ ਗੱਲ ਕਹੀ ਜਾ ਰਹੀ ਸੀ। ਦੂਜੇ ਪਾਸੇ
ਜਿਹੜੇ ਉਹਦੇ ਕਹਿਣ ਦਾ ਨੌਜਵਾਨਾਂ ਤੇ ਬੜਾ ਅਸਰ ਦੇਖਣ ਨੂੰ ਮਿਲਿਆ, ਸਾਫ਼ ਅਸਰ ਦੇਖਣ ਨੂੰ ਮਿਲਿਆ ਕਿ ਨੌਜਵਾਨ ਜਿਹੜੇ ਨੇ ਉਹ ਕਿਤੇ ਨਾ ਕਿਤੇ ਉਹਦੇ ਪਿੱਛੇ ਲੱਗ ਰਹੇ ਸੀ। ਇੱਥੋਂ ਤੱਕ ਕਿ ਅੰਮ੍ਰਿਤਸਰ ਦੇ ਵਿੱਚ ਵੀ ਜਿਹੜਾ ਸੂਰੀ ਦਾ ਕਤਲ ਹੁੰਦਾ ਉਸ ਦੇ ਪਿੱਛੇ ਵੀ ਇਹ ਮੰਨਿਆ ਜਾ ਰਿਹਾ ਕਿ ਉਹਦੀ ਜਿਹੜੀ ਸਿਟਿੰਗ ਸੀ ਸਨੀ ਦੀ ਉਹ ਅੰਮ੍ਰਿਤਪਾਲ ਸਿੰਘ ਨਾਲ ਹੋਈ, ਉਸ ਤੋਂ ਬਾਅਦ ਇਹ ਜਿਹੜਾ ਭਾਣਾ ਵਰਤਿਆ। ਤੁਸੀਂ ਕੀ ਸਮਝਦੇ ਹੋ, ਕਿਉਂਕਿ ਬਾਹਰ ਤੱਕ ਵਿਦੇਸ਼ਾਂ ਤੱਕ ਇਸ ਦਾ ਅਸਰ ਨਜ਼ਰ ਆ ਰਿਹਾ, ਔਰ ਹੁਣ ਝੰਡੇ ਦੀ ਵੀ ਜਿਹੜੀ ਤੁਸੀਂ ਦੇਖੀ ਅਪਮਾਨ ਕੀਤਾ ਗਿਆ, ਇਹ ਸਾਰੀਆਂ ਚੀਜ਼ਾਂ ਨਜ਼ਰ ਆ ਰਹੀਆਂ। ਅਤੇ ਇਹਨੂੰ ਕਿਉਂਕਿ ਇੱਕ ਦੇਖੋ ਅੰਮ੍ਰਿਤਪਾਲ ਨੂੰ ਅਰੈਸਟ ਕਰ ਲੈਣਾ ਕਿ ਜਿਹੜੀ ਉਹਨੇ ਇੱਕ ਸੋਚ ਪੈਦਾ ਕਰ ਦਿੱਤੀ ਹੈ ਉਸ ਨੂੰ ਖਤਮ ਕੀਤਾ ਜਾ ਸਕਦਾ? ਬਿਲਕੁਲ ਕੀਤਾ ਜਾ ਸਕਦਾ। ਅਸਲ ਦੇ ਵਿੱਚ ਗਿੱਲ ਸਾਹਿਬ ਅਮਰਪਾਲ ਜਾਂ ਅਮਰਪਾਲ ਵਰਗੇ ਜਿਹੜੇ ਆ ਪੰਜਾਬ ਦੇ ਵਿੱਚ ਜਿਹੜੇ ਆਣ ਕੇ ਪੈਰ ਲਾਉਂਦੇ ਨੇ, ਉਹ ਐਵੇਂ ਹੀ ਨਹੀਂ ਕਿ ਆਇਆ ਤੇ ਪੈਰ ਲਾ ਲਿਆ। ਸਹੀ ਗੱਲ ਤਾਂ ਇਹ ਆ, ਅਸਲ ਦੇ ਵਿੱਚ ਪੰਜਾਬ ਦੇ ਵਿੱਚ ਉਹ ਸਾਰੇ ਮੌਕੇ, ਮੁੱਦੇ, ਮਾਮਲੇ ਮੌਜੂਦ ਨੇ ਜਿਨ੍ਹਾਂ ਉੱਤੇ ਇਹ ਜਿਹੜੀ ਮਹਿਲ ਦੀ ਉਸਾਰੀ ਕੀਤੀ ਜਾਂਦੀ ਹੈ। ਜਿਵੇਂ ਪਿਛਲੇ ਸਮਿਆਂ ਦੇ ਵਿੱਚੋਂ ਪੰਜਾਬ ਦੇ ਨਾਲ ਜੋ ਧੱਕੇਸ਼ਾਹੀਆਂ ਹੋਈਆਂ ਨੇ, ਪਾਣੀਆਂ ਦਾ ਮਸਲਾ, ਚੰਡੀਗੜ੍ਹ ਦੇ ਮਸਲੇ, ਭਾਸ਼ਾ ਦੇ ਮਸਲੇ, ਇਵੇਂ ਦੇ ਬੜੇ ਬਹੁਤ ਕੁਝ ਮਸਲੇ ਨੇ ਜਿਹੜੇ ਅੱਜ ਤੱਕ ਸੋਲਵ ਨਹੀਂ ਹੋਏ, ਜਿਹੜੇ ਕਿ ਕਾਂਗਰਸ ਦੀ ਦੇਣ ਆ। ਪਰ ਇਹ ਗੱਲ ਅੰਮ੍ਰਿਤਪਾਲ ਕਹਿ ਰਹੇ ਕਿ ਇਹ ਮੁੱਦੇ ਤੇ ਬੜੀ ਦੇਰ ਦੇ ਚੱਲਦੇ ਆ ਰਹੇ ਨੇ, ਅਸੀਂ ਸਰਕਾਰਾਂ ਦੇ ਮੂੰਹ ਵਾਲੇ ਦੇਖਣਾ। ਉਹ ਕਹਿੰਦਾ ਕਿ ਇਹ ਹਕੂਮਤ ਦੀ ਗੁਲਾਮੀ ਹੈ ਕਿ ਸਰਕਾਰਾਂ ਦੇ ਮੂੰਹ ਵਾਲੇ ਹੀ ਆਪ ਆਪਣੀ ਰਾਜ ਬਣਾ ਕੇ ਅਸੀਂ ਆਪ ਦੇ ਮਸਲੇ ਆਪ ਹੱਲ ਕਰ ਲਾਂਗੇ। ਗਿੱਲ ਸਾਹਿਬ ਜਿਹੜੀ ਉਹ ਗੱਲ ਕਹਿ ਰਹੇ ਨਾ, ਉਹ ਰਾਜ ਬਣਾ ਕੇ ਵੇਖੋ, ਉਹਦੇ ਕੋਲ ਕੋਈ ਰਾਜ ਦਾ ਮਾਡਲ ਨਹੀਂ ਹੈਗਾ। ਖਾਲਿਸਤਾਨ ਪ੍ਰਤੀ ਉਹਦੇ ਕੋਲ ਕੋਈ ਮਾਡਲ ਨਹੀਂ ਹੈਗਾ। ਉਹ ਸਿਰਫ ਕਿਸੇ ਦੇ ਕਹਿਣ ਦੇ ਉੱਤੇ ਖਾਲਿਸਤਾਨ ਆਪਣੇ ਮੂੰਹ ਕੱਢ ਰਿਹਾ। ਜੇ ਤੁਸੀਂ ਖਾਲਸਾ ਦੀ ਗੱਲ ਕਰਦੇ ਹੋ ਤਾਂ ਉਹਨਾਂ ਨੂੰ ਪੁੱਛ ਕੇ ਵੇਖੋ, ਜਿਸ ਖਾਲਸਾ ਦੀ ਗੱਲ ਕਰਦੇ ਹੋ ਉਸ ਦਾ ਤੁਸੀਂ ਰੱਖਿਆ ਹੈ ਕਿ ਉਹ ਰਾਜ, ਉਹ ਭਾਗ ਜਿਹੜਾ ਕਿਸੇ ਵੇਲੇ ਮਹਾਰਾਜਾ ਰਣਜੀਤ ਸਿੰਘ ਕੋਲ ਹੋਇਆ ਕਰਦਾ ਸੀ, ਸਿੱਖ ਰਾਜ ਦੀ ਉਹ ਗੱਲ ਕਰਦੇ। ਜੇ ਇਹ ਹੈ ਤੇ ਸਿੱਖ ਰਾਜ ਦਾ ਬਹੁਤਾ ਹਿੱਸਾ ਤਾਂ ਪਾਕਿਸਤਾਨ ਦੇ ਵਿੱਚ ਨੇ। ਅੱਜ ਤੱਕ ਇਹ ਜਿੰਨੇ ਵੀ ਨਕਸ਼ੇ, ਭਾਵੇਂ ਸਿੱਖ ਫੌਜ ਜਥੇਬੰਦੀ ਜਾਂ ਕਿਸੇ ਹੋਰ ਜਥੇਬੰਦੀਆਂ ਵੱਲੋਂ ਖਾਲਸਾ ਦਾ ਨਕਸ਼ਾ ਜਿਹੜਾ ਮਨੋਨੀ ਨਕਸ਼ਾ ਸਾਹਮਣੇ ਆਉਂਦਾ ਰਿਹਾ, ਉਹਨਾਂ ਦੇ ਵਿੱਚ ਮੈਨੂੰ ਦੱਸੋ ਇੱਕ ਵੀ ਇੰਚ ਪਾਕਿਸਤਾਨ ਦਾ ਦਿਖਾਇਆ ਗਿਆ ਹੋਵੇ। ਸੋ ਇਹ ਇਹਨਾਂ ਦੇ ਪਿੱਛੇ ਪਾਕਿਸਤਾਨ ਦਾ ਬਿਲਕੁਲ ISI ਦਾ ਪੂਰਾ ਹੱਥ ਆ। ਇਸ ਕਰਕੇ ਆਪਾਂ ਉਹਨਾਂ ਦੇ ਗੁੰਮਰਾਹ ਜਿਹੜੇ ਹੈ ਨਾ, ਗੁੰਮਰਾਹ ਕੋਨ ਜਿਹੜੀ ਆ ਸਾਜ਼ਿਸ਼ਾਂ ਵੱਲ ਨਾ ਜਾਈਏ। ਆਉਣ ਵਾਲੇ ਸਮੇਂ ਦੇ ਵਿੱਚ ਕਿਉਂਕਿ ਅੰਮ੍ਰਿਤਪਾਲ ਸਿੰਘ ਜੋ ਪੁਲਿਸ ਦਾਅਵਾ ਕਰ ਰਹੀ ਹੈ ਕਿ ਪੁਲਿਸ ਦੀ ਹਿਰਾਸਤ ਦੇ ਵਿੱਚ ਨਹੀਂ ਹੈ, ਫਰਾਰ ਹੈ ਅਜੇ ਤੱਕ, ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਕਿਸ ਤਰ੍ਹਾਂ ਦਾ ਫਿਊਚਰ ਦੇਖਦੇ ਹੋ ਪੰਜਾਬ ਦਾ? ਕਿਉਂਕਿ ਜੇ ਉਹਨੂੰ ਅਰੈਸਟ ਕੀਤਾ ਗਿਆ ਉਸ ਤੋਂ ਬਾਅਦ ਵੀ ਕੀ ਪੰਜਾਬ ਦਾ ਯੂਥ ਜਿਹੜਾ ਉਹ ਕਿਸੇ ਪਾਸੇ ਭਟਕ ਸਕਦਾ ਜਾਂ ਉਸ ਨੂੰ ਕਿਤੇ ਐਨਕਾਊਂਟਰ ਹੋ ਜਾਂਦਾ, ਕੋਈ ਅਜਿਹੀ ਚੀਜ਼ ਸਾਹਮਣੇ ਆਉਂਦੀ ਹੈ? ਤੁਸੀਂ ਕਿਸ ਤਰ੍ਹਾਂ ਦਾ ਫਿਊਚਰ ਦੇਖਦੇ ਹੋ? ਮਹਾਰਾਜ ਔਰ ਕੀ ਸਲਾਹ ਦਿੰਦੇ ਹੋ ਪੰਜਾਬ ਸਰਕਾਰ ਨੂੰ, ਕੀ ਸਲਾਹ ਦਿੰਦੇ ਹੋ, ਕੀ ਕਰਨਾ ਚਾਹੀਦਾ? ਮੈਂ ਤਾਂ ਇਹੀ ਕਹਾਂਗਾ, ਮਹਾਰਾਜ ਸੁੱਖ ਰੱਖੇ, ਪੰਜਾਬ ਦੇ ਵਿੱਚ ਸੁੱਖ ਸ਼ਾਂਤੀ ਬਣੀ ਰਹੇ ਔਰ ਕੋਈ ਕਿਸੇ ਵੀ ਮਾਂ ਦਾ ਪੁੱਤ ਪੰਜਾਬ ਦੇ ਵਿੱਚ ਨਿਹੱਕ ਮਾਰਿਆ ਨਾ ਜਾਵੇ। ਮੈਂ ਸਮਝਦਾ ਕਿ ਪੰਜਾਬ ਸਰਕਾਰ ਨੂੰ ਦੂਰ ਦ੍ਰਿਸ਼ਟੀ ਤੋਂ ਕੰਮ ਲੈਣਾ ਚਾਹੀਦਾ। ਜੇਕਰ ਉਹ ਪੰਜਾਬ ਦੇ ਨੌਜਵਾਨਾਂ ਦੇ ਉੱਤੇ ਤਸ਼ੱਦਦ ਵਾਲੀ ਜਿਹੜੀ ਨੀਤੀ ਅਪਣਾਓਗੇ, ਸਖਤੀ ਕਰੋਗੇ, ਤੇ ਪੰਜਾਬ ਦੇ ਨੌਜਵਾਨ ਜਿਹੜੇ ਹੈਗੇ ਆ ਉਹ ਆਪਣੇ ਅਣਖ ਆਬਰੂ ਵਾਸਤੇ ਮਾਰ ਮਿਟਣ ਲਈ ਪਹਿਲਾਂ ਹੀ ਤਿਆਰ ਰਹਿੰਦੇ ਨੇ। ਅਤੇ ਉਹਨਾਂ ਨੂੰ ਸਭ ਤੋਂ ਜ਼ਰੂਰੀ ਆ ਕਿ ਜਿਹੜੀ ਲੋਕ ਗੁੰਮਰਾਹ ਕਰ ਰਹੇ ਨੇ ਇਹਨਾਂ ਨੌਜਵਾਨਾਂ ਨੂੰ, ਉਹਨਾਂ ਨੂੰ ਗੁੰਮਰਾਹ ਹੋਣ ਤੋਂ ਆਪਾਂ ਬਚਾਈਏ, ਸਹੀ ਸਥਿਤੀ ਤੋਂ ਜਾਣੂ ਕਰਵਾਈਏ। ਔਰ ਵੱਧ ਤੋਂ ਵੱਧ ਜੇ ਉਹਨਾਂ ਦਾ ਬ੍ਰੇਨ ਵਾਸ਼ ਕਿਸੇ ਨੇ ਕੀਤਾ ਹੈ ਅਤੇ ਉਹਨਾਂ ਨੂੰ ਫਿਰ ਦੁਬਾਰਾ ਆਪਣੇ ਕਲਾਮ ਵਿੱਚ ਲੈ ਕੇ ਉਹਨਾਂ ਨੂੰ ਦੁਬਾਰਾ ਸਮਝਾਈਏ ਕਿ ਉਹ ਉਸ ਰਾਹ 'ਤੇ ਨਾ ਤੁਰਨ। ਅਤੇ ਬਹਿ ਕੇ ਹੀ ਜਿਹੜਾ ਮਸਲੇ ਦਾ ਹੱਲ ਜਿਹੜਾ ਬਹਿ ਕੇ ਹੋਣਾ, ਉਹ ਬਹਿ ਕੇ ਹੀ ਹੋਣਾ ਹੈ। ਉਹ ਹਥਿਆਰਾਂ ਦੇ ਨਾਲ ਬਿਲਕੁਲ ਮਸਲੇ ਹੱਲ ਨਹੀਂ ਹੋਣੇ। ਹਥਿਆਰਾਂ ਦੇ ਯੁੱਧ ਯੁੱਗ ਜਿਹੜਾ ਉਹ ਕਿਸੇ ਹੋਰ ਤਰ੍ਹਾਂ ਲੜਿਆ ਜਾਂਦਾ ਹੈ। ਪਰ ਅੱਜ ਹਿੰਦੁਸਤਾਨ ਸਾਡਾ ਜਿਹੜਾ ਵਾ, ਹਿੰਦੁਸਤਾਨ ਦੇ ਵਿੱਚ ਸਾਡੀ ਸਥਿਤੀ ਬਹੁਤ ਮਜ਼ਬੂਤ ਹੋ ਚੁੱਕੀ ਹੈ। ਜਦੋਂ ਦੀ BJP ਦੀ ਸਰਕਾਰ ਆਈ, ਡਾਕਟਰ ਮਨਮੋਹਨ ਸਿੰਘ ਨੇ ਜੋ ਕੁਝ ਨਹੀਂ ਕਰ ਪਾਇਆ ਪੰਜਾਬ ਵਾਸਤੇ, ਉਹ ਸਾਡੇ ਮੋਦੀ ਸਾਹਿਬ ਕਰ ਰਹੇ ਨੇ। ਐਜ਼ ਏ ਪ੍ਰਧਾਨ ਮੰਤਰੀ 2014 ਤੋਂ ਉਹਨਾਂ ਨੇ ਜੋ ਕੁਝ ਇਸ ਕੌਮ ਵਾਸਤੇ ਕੀਤਾ, ਬਹੁਤ ਵੱਡੀਆਂ ਪ੍ਰਾਪਤੀਆਂ ਨੇ। ਉਹਦੇ ਮੱਦੇ ਨਜ਼ਰ ਰੱਖ ਕੇ ਮੈਂ ਆਪ ਕਹਿ ਸਕਦਾ ਨਿੱਜੀ ਤੌਰ 'ਤੇ ਕਿ ਪੰਜਾਬ ਦੇ ਵਿੱਚ ਔਰ ਹਿੰਦੁਸਤਾਨ ਦੇ ਵਿੱਚ ਸਿੱਖਾਂ ਨੂੰ ਇਹੋ ਜਿਹੀ ਕੋਈ ਪ੍ਰੋਬਲਮ ਨਹੀਂ ਜਿਹਦੇ ਕਰਕੇ ਸਾਨੂੰ ਕਿਸੇ ਤਰ੍ਹਾਂ ਦੇ ਮੂਵਮੈਂਟ ਚਲਾਉਣ ਦੀ ਲੋੜ ਪਵੇ। ਲਾਸਟ ਤੇ ਤੁਸੀਂ ਯੂਥ ਨੂੰ ਕੀ ਕਹਿਣਾ ਚਾਹੋਗੇ? ਪੰਜਾਬ ਦਾ ਯੂਥ ਜਿਹੜਾ ਵਾ ਕਿ ਬੜਾ ਅਨਰੈਸਟ ਹੈ, ਇੱਕ ਖਲਾਅ ਵੀ ਸੀ ਪੰਜਾਬ ਦੇ ਵਿੱਚ, ਉਸ ਦੇ ਬਾਅਦ ਜਿਹੜਾ ਯੂਥ ਹੈ ਬਹੁਤ ਅਨਰੈਸਟ ਹੈ, ਕੀ ਕਹਿਣਾ ਚਾਹੋਗੇ? ਮੈਂ ਫਿਰ ਉਸ 'ਤੇ ਹੀ ਗੱਲ ਆਵਾਂਗਾ। ਅੰਮ੍ਰਿਤਪਾਨ ਕਰਾਉਣਾ, ਧਰਮ ਵਾਲੇ ਪਾਸੇ ਲਾਉਣਾ ਚੰਗੀ ਗੱਲ ਆ, ਪਰ ਉਸ ਦਾ ਮਤਲਬ ਇਹ ਨਹੀਂ ਕਿ ਅੰਮ੍ਰਿਤਪਾਨ ਕਰੋ ਅਤੇ ਸੀਸ ਦਿਓ। ਸੀਸ ਉਦੋਂ ਹੀ ਦਿੱਤਾ ਜਾ ਸਕਦਾ ਜਦੋਂ ਸਾਡੇ ਕੌਮਾਂ ਨੂੰ ਲੋੜ ਪਵੇ। ਇਹ ਨਹੀਂ ਕਿ ਕਿਸੇ ਵਿਅਕਤੀ ਦੇ ਜਾਂ ਦੇਸ਼ ਵਿਰੋਧੀ ਤਾਕਤਾਂ ਦੇ ਕਹਿਣ 'ਤੇ ਆਪਾਂ ਵਾਰ ਦਈਏ। ਅੰਮ੍ਰਿਤ ਛਕੀਏ, ਬਾਣੀ ਨਾਲ ਜੁੜੀਏ, ਚੰਗੀ ਗੱਲ ਆ, ਪਰ ਪੰਜਾਬ ਸਾਡਾ ਆਪਣਾ ਹੈ। ਜੇ ਪੰਜਾਬ ਦੇ ਵਿੱਚ ਗੜਬੜ ਹੋਵੇਗੀ ਅਤੇ ਪੰਜਾਬ ਦੇ ਵਿੱਚ ਪੂੰਜੀ ਨਿਵੇਸ਼ ਨਹੀਂ ਹੋਵੇਗੀ, ਉਹਦਾ ਸਾਨੂੰ ਹੀ ਖਮਿਆਜਾ ਭੁਗਤਣਾ ਪੈਣਾ। ਅੱਗੇ ਵੀ ਆਪਾਂ ਭੁਗਤਿਆ। ਆਪਾਂ ਪੰਜਾਬ ਨੂੰ ਔਰ ਪੰਜਾਬ ਦੇ ਹਿੰਦੂ ਸਿੱਖ ਭਾਈਚਾਰਕ ਸਾਂਝ ਨੂੰ ਬਣਾਈ ਰੱਖੀਏ ਅਤੇ ਇਸੇ ਦੇ ਵਿੱਚ ਹੀ ਪੰਜਾਬ ਦੀ ਤਾਂ ਪੰਜਾਬ ਦੇ ਲੋਕਾਂ ਦੀ ਤਰੱਕੀ ਖੁਸ਼ਹਾਲੀ ਦਾ ਰਾਜ਼ ਆ। ਇਹਦੇ ਉੱਤੇ ਆਪਾਂ ਅਮਲ ਕਰੀਏ।
ਸੋ ਇਹ ਸਨ ਸਰਚਾਨ ਸਿੰਘ ਔਰ ਜਿਹੜੇ ਕਿ ਜਿਨ੍ਹਾਂ ਦੀ ਇੰਟਰੋਡਕਸ਼ਨ ਮੈਂ ਤੁਹਾਨੂੰ ਪਹਿਲਾਂ ਦਿੱਤੀ, ਉਹਨਾਂ ਦਾ ਸਾਫ਼ ਤੌਰ ਤੇ ਕਹਿਣਾ ਹੈ ਕਿ ਸਾਡਾ ਪਹਿਲਾ ਫਰਜ਼ ਬਣਦਾ ਹੈ ਕਿ ਪੰਜਾਬ ਪਹਿਲਾਂ ਹੀ ਬਹੁਤ ਨੁਕਸਾਨਿਆ ਜਾ ਚੁੱਕਿਆ ਹੈ। ਇਸ ਨੂੰ ਹੁਣ ਜੋਸ਼ ਨਾਲ ਨਹੀਂ ਹੋਸ਼ ਨਾਲ ਸੰਭਾਲਣ ਦੀ ਲੋੜ ਹੈ। ਔਰ ਯੂਥ ਨੂੰ ਇਹਨਾਂ ਨੇ ਸੰਦੇਸ਼ ਦਿੱਤਾ ਹੈ ਕਿ ਬਾਣੀ ਨਾਲ ਜੁੜਨਾ ਬਹੁਤ ਵਧੀਆ ਗੱਲ ਹੈ, ਅੰਮ੍ਰਿਤ ਛਕਣਾ ਬਹੁਤ ਵਧੀਆ ਗੱਲ ਹੈ, ਔਰ ਸਿਰ ਦਿਨ ਦਾ ਜਿਹੜਾ ਸਮਾਂ ਹੁੰਦਾ ਹੈ ਉਹ ਵੱਖਰਾ ਹੁੰਦਾ ਹੈ। ਉਸ ਵੱਲ ਖਾਸ ਤੌਰ ਤੇ ਧਿਆਨ ਦਿੱਤਾ ਜਾਵੇ ਤੇ ਪੰਜਾਬ ਦੇ ਵਿੱਚ ਜਿਹੜਾ ਹਿੰਦੂ ਸਿੱਖ ਭਾਈਚਾਰਾ ਬਣਿਆ ਰਹੇ, ਸ਼ਾਂਤੀ ਬਣੀ ਰਹੇ, ਉਸ ਵੱਲ ਕੰਮ ਕਰਨਾ ਚਾਹੀਦਾ ਹੈ। ਵੀਡੀਓ ਜਰਨਲਿਸਟ ਵਿਸ਼ਾਲ ਸ਼ਰਮਾ ਦੇ ਨਾਲ ਰਾਜੇਸ਼ ਗਿੱਲ, ਨਿਊਜ਼ ਨੇਸ਼ਨ, ਅੰਮ੍ਰਿਤਸਰ।